ਸਤਿ ਸ਼੍ਰੀ ਅਕਾਲ ਬੱਚੋ। ਅੱਜ ਅਸੀਂ ਉੱਡਣਾ ਸਿੱਖ ਮਿਲਖਾ ਸਿੰਘ ਪਾਠ ਦਾ ਭਾਗ ਦੂਜਾ ਪੜ੍ਹਨ ਲੱਗੇ ਹਾਂ। ਇਸ ਤੋਂ ਪਹਿਲਾਂ ਅਸੀਂ ਪੜ੍ਹਿਆ ਕਿ ਮਿਲਖਾ ਸਿੰਘ ਦੇ ਜੀਵਨ ਬਾਰੇ, ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਵੇਂ ਸਫਲਤਾ ਪ੍ਰਾਪਤ ਕੀਤੀ, ਕਿੰਨਾ ਮੁਸ਼ਕਿਲਾਂ ਦੇ ਵਿੱਚੋਂ ਨਿਕਲੇ, ਕਿੰਨਾ ਅਭਿਆਸ ਕੀਤਾ ਤੇ ਕਿਵੇਂ ਉਹ ਆਪਣੇ ਮੰਜ਼ਿਲ ਵੱਲ ਅੱਗੇ ਨੂੰ ਵੱਧਦੇ ਗਏ। ਸੋ ਆਓ ਪੜ੍ਹ ਕੇ ਦੇਖੀਏ ਕਿ ਅੱਗੇ ਉਹਨਾਂ ਦੇ ਜੀਵਨ ਵਿੱਚ ਹੋਰ ਕੀ ਸੰਘਰਸ਼ ਆਏ। ਪੜ੍ਹ ਕੇ ਦੇਖੀਏ, ਚਲੋ ਜੀ। ਹਾਂਜੀ, 1958 ਵਿੱਚ ਜਾਪਾਨ ਦੀ ਰਾਜਧਾਨੀ ਟੋਕੀਓ ਵਿਖੇ ਤੀਜੀਆਂ ਏਸ਼ੀਆਈ ਖੇਡਾਂ ਹੋਈਆਂ। ਹੁਣ ਜਾਪਾਨ ਦੀ ਰਾਜਧਾਨੀ ਹੁੰਦਾ ਵਿੱਚ ਕੈਪੀਟਲ, ਜਾਪਾਨ ਦੀ ਜਿਹੜੀ ਰਾਜਧਾਨੀ ਟੋਕੀਓ ਵਿਖੇ ਏਸ਼ੀਆਈ ਖੇਡਾਂ ਹੋਈਆਂ। ਥਰਡ ਟਾਈਮ ਤੀਜੀਆਂ ਖੇਡਾਂ ਹੋਈਆਂ। ਮਿਲਖਾ ਸਿੰਘ ਉਨੀ ਦਿਨੀ ਪੂਰੀ ਤਿਆਰੀ ਵਿੱਚ ਸੀ। ਹੁਣ ਉਹਨਾਂ ਨੇ ਜਦੋਂ ਉਹ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਜਿਹੜੀਆਂ ਖੇਡਾਂ ਹੋਈਆਂ ਸਨ, ਉੱਥੋਂ ਉਹ ਹਾਰ ਕੇ ਆਏ ਸਨ, ਪਰ ਉੱਥੇ ਉਹਨਾਂ ਨੇ ਜੋ ਕੁਝ ਦੇਖਿਆ ਉਹਦੇ ਤੋਂ ਉਹ ਬੜੇ ਉਤਸ਼ਾਹਿਤ ਹੋਏ ਕਿ ਕਿਵੇਂ ਉੱਥੇ ਉਹਨਾਂ ਦੇ ਜਿਹੜੇ ਖਿਡਾਰੀ, ਜੇਤੂ ਖਿਡਾਰੀ ਨੇ, ਉਹਨਾਂ ਦਾ ਕਿਵੇਂ ਮਨੋਬਲ ਵੱਧਦਾ ਹੈ ਜਦੋਂ ਸਨਮਾਨ ਕੀਤਾ ਜਾਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਵੇਖ ਕੇ ਜਿਹੜੇ ਮਿਲਖਾ ਸਿੰਘ ਸਨ ਉਹ ਬਹੁਤ ਉਤਸ਼ਾਹਿਤ ਹੋਏ ਸਨ ਤੇ ਭਾਰਤ ਵਾਪਸ ਆ ਕੇ ਉਹਨਾਂ ਨੇ ਬਹੁਤ ਮਿਹਨਤ ਕੀਤੀ, ਬਹੁਤ ਅਭਿਆਸ ਕੀਤਾ। ਸੋ ਹੁਣ ਜਦੋਂ ਜਾਪਾਨ ਦੇ ਵਿੱਚ ਖੇਡਾਂ ਹੋਈਆਂ ਤੇ ਉਹ ਪੂਰੀ ਤਰ੍ਹਾਂ ਤਿਆਰ ਸੀਗੇ। ਇਸ ਵਾਰ ਉਸਨੇ ਦੌੜਾਂ ਵਿੱਚ ਸਭ ਨੂੰ ਪਛਾੜ ਦਿੱਤਾ। ਪਛਾੜ ਹੁੰਦਾ ਬੱਚਿਓ ਪਿੱਛੇ ਕਰ ਦਿੱਤਾ, ਹਰਾ ਦਿੱਤਾ, ਅਤੇ ਉਹ ਏਸ਼ੀਆ ਦਾ ਸਭ ਤੋਂ ਤਗੜਾ ਦੌੜਾਕ ਬਣ ਗਿਆ। 200 ਮੀਟਰ ਤੇ 400 ਮੀਟਰ ਦੀਆਂ ਦੌੜਾਂ ਵਿੱਚ ਉਸਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਹੁਣ ਉਹਨਾਂ ਨੇ ਆਪਣਾ ਰਿਕਾਰਡ ਕਾਇਮ ਕਰਤਾ, ਭਾਵੇਂ ਉਹ 200 ਮੀਟਰ ਦੀਆਂ ਰੇਸਾਂ ਸੀਗੀਆਂ, ਭਾਵੇਂ ਉਹ 400 ਮੀਟਰ ਦੀਆਂ ਦੌੜਾਂ ਸਨ। ਸਾਰਾ ਸਟੇਡੀਅਮ ਉਸ ਦੀ ਹੱਲਾਸ਼ੇਰੀ ਵਿੱਚ ਗੂੰਜ ਉੱਠਿਆ। ਹੁਣ ਜਦੋਂ ਉਹ ਦੌੜਦੇ ਸੀਗੇ ਤੇ ਜਿੱਤਦੇ ਸੀ ਤੇ ਸਾਰਾ ਸਟੇਡੀਅਮ ਜਿਹੜਾ ਹੈ ਉਹਨਾਂ ਦੀ ਹੱਲਾਸ਼ੇਰੀ ਵਿੱਚ ਗੂੰਜ ਉੱਠਦਾ ਸੀਗਾ। ਅਖਬਾਰ ਵਾਲਿਆਂ ਨੇ ਉਸਨੂੰ ਘੇਰ ਲਿਆ। ਕੈਮਰਿਆਂ ਦੀਆਂ ਅੱਖਾਂ ਜਗਣ ਬੁੱਝਣ ਲੱਗੀਆਂ। ਜਗਣ ਬੁੱਝਣ ਹੁੰਦਾ ਬੱਚੋ ਜਦੋਂ ਕੈਮਰਾ ਕਲਿੱਕ ਹੁੰਦਾ ਹੈ, ਫਲੈਸ਼ ਪੈਂਦੀ ਹੈ। ਸੋ ਉਸ ਸਮੇਂ ਅਖਬਾਰ ਵਾਲੇ, ਜਰਨਲਿਸਟ, ਮੀਡੀਆ ਜਿਹੜਾ ਹੈ ਉਹ ਉਹਨਾਂ ਕੋਲ ਆਉਣ ਲੱਗ ਗਿਆ। ਉਹਨਾਂ ਨੇ ਘੇਰ ਲਿਆ, ਕੈਮਰੇ ਨਾਲ ਉਹਨਾਂ ਦੀਆਂ ਫੋਟੋਆਂ ਖਿੱਚਣ ਲੱਗ ਗਏ। ਸੋ ਇੰਨਾ ਜ਼ਿਆਦਾ ਖੁਸ਼ੀ ਲੋਕਾਂ ਨੂੰ ਹੋਈ। ਖੁਸ਼ੀ ਨਾਲ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਸੋ ਆਪਣੀ ਜਿੱਤ ਦੀ ਪ੍ਰਾਪਤੀ ਵਿੱਚ ਮਿਲਖਾ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਮਤਲਬ ਅਥਰੂ ਆ ਗਏ, ਪਾਣੀ ਆ ਗਿਆ ਉਹਨਾਂ ਦੀਆਂ ਅੱਖਾਂ ਵਿੱਚ। ਉਸਨੂੰ ਆਪਣਾ ਗਰੀਬੀ ਭਰਿਆ ਬਚਪਨ, ਕਤਲ ਹੋਏ ਮਾਪੇ ਤੇ ਬਿਪਤਾ ਦੇ ਦਿਨ ਯਾਦ ਆ ਗਏ। ਬਿਪਤਾ ਹੁੰਦਾ ਬੱਚਿਓ ਤਕਲੀਫ, ਪਰੇਸ਼ਾਨੀ ਵਾਲੇ ਦਿਨ। ਜਦੋਂ ਉਹਨਾਂ ਨੂੰ ਕਾਮਯਾਬੀ ਮਿਲੀ, ਉਹ ਜਿੱਤੇ ਤੇ ਉਹਨਾਂ ਨੇ ਦੇਖਿਆ ਕਿਵੇਂ ਅਖਬਾਰਾਂ ਵਾਲੇ, ਕਿਵੇਂ ਮੀਡੀਆ ਵਾਲੇ ਉਹਨਾਂ ਦੀਆਂ ਫੋਟੋਆਂ ਖਿੱਚ ਰਹੇ ਨੇ, ਤੇ ਇਹ ਸਾਰਾ ਕੁਝ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹਨਾਂ ਨੂੰ ਆਪਣਾ ਉਹ ਸਮਾਂ ਯਾਦ ਆ ਗਿਆ ਜਦੋਂ 1947 ਦੀ ਵੰਡ ਹੋਈ ਸੀ। ਉਹਨਾਂ ਦੇ ਮਾਪੇ ਉਹਨਾਂ ਤੋਂ ਵਿਛੜ ਗਏ ਸੀ, ਉਸ ਦਰਦਨਾਕ ਘਟਨਾ ਦੇ ਵਿੱਚ ਮਾਰੇ ਗਏ ਸੀ, ਤੇ ਉਹਨਾਂ ਨੇ ਉਹ ਗਰੀਬੀ ਭਰਿਆ ਜਿਹੜਾ ਜੀਵਨ, ਜਿਹੜਾ ਆਪਣਾ ਬਚਪਨ ਦੇਖਿਆ ਮਾਂ-ਬਾਪ ਤੋਂ ਬਿਨਾਂ, ਉਹ ਸਾਰੀਆਂ ਪਰੇਸ਼ਾਨੀਆਂ ਵਾਲਾ, ਬਿਪਤਾ ਵਾਲਾ ਸਮੇਂ ਉਹਨਾਂ ਨੂੰ ਯਾਦ ਆ ਗਿਆ ਕਿ ਮੈਂ ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲਿਆ ਤੇ ਅੱਜ ਕਿੰਨੀ ਕਾਮਯਾਬੀ ਮੈਨੂੰ ਮਿਲੀ ਹੈ। ਜਦੋਂ ਜਾਪਾਨ ਦੇ ਬਾਦਸ਼ਾਹ ਨੇ ਉਸਨੂੰ ਇਨਾਮ ਦਿੱਤਾ ਤਾਂ ਭਾਰਤ ਦਾ ਕੌਮੀ ਤਰਾਨਾ ਉਸਦੇ ਸਨਮਾਨ ਵਿੱਚ ਗੂੰਜ ਉੱਠਿਆ। ਹੁਣ ਕੌਮੀ ਤਰਾਨਾ ਹੁੰਦਾ ਬੱਚਿਓ ਨੈਸ਼ਨਲ ਐਂਥਮ। ਸੋ ਜਦੋਂ ਜਾਪਾਨ ਦੇ ਬਾਦਸ਼ਾਹ ਨੇ ਉਹਨਾਂ ਨੂੰ ਇਨਾਮ ਦਿੱਤਾ ਤਾਂ ਉਸ ਟਾਈਮ ਨੈਸ਼ਨਲ ਐਂਥਮ ਜਿਹੜਾ ਹੈ ਉਹ ਉੱਥੇ ਗੂੰਜ ਉੱਠਿਆ। ਅਗਲੇ ਦਿਨ ਸਾਰੀ ਦੁਨੀਆ ਵਿੱਚ ਮਿਲਖਾ ਸਿੰਘ ਹੋ ਗਈ। ਸੋ ਉਹਨਾਂ ਦੀ ਇੰਨੀ ਵਾਹਵਾਕਾਰ ਹੋਈ ਕਿ ਹਰ ਜਗ੍ਹਾ, ਪੂਰੇ ਸੰਸਾਰ, ਪੂਰੀ ਦੁਨੀਆ ਵਿੱਚ ਉਹਨਾਂ ਦਾ ਨਾਮ ਜਿਹੜਾ ਹੈ ਉਹ ਮਸ਼ਹੂਰ ਹੋ ਗਿਆ। ਉਹਨਾਂ ਦੀ ਗੁੱਡੀ ਚੜ ਗਈ, ਉਹ ਪ੍ਰਸਿੱਧ ਹੋ ਗਏ। 1958 ਵਿੱਚ ਇੰਗਲੈਂਡ ਵਿੱਚ ਕਾਰਡਿਫ ਵਿਖੇ ਹੋਈਆਂ ਕਾਮਨਵੈਲਥ ਦੌੜਾਂ ਵੀ ਉਸਨੇ ਜਿੱਤੀਆਂ। ਹੁਣ ਇੰਗਲੈਂਡ ਵਿੱਚ ਵੀ
ਜਿਹੜੀਆਂ ਕਾਰਡਿਫ ਕੋਈ ਜਗ੍ਹਾ ਹੈ ਜਿੱਥੇ ਉੱਥੇ ਕਾਮਨਵੈਲਥ ਜਿਹੜੀਆਂ ਦੌੜਾਂ ਹੋਈਆਂ, ਕਾਮਨਵੈਲਥ ਜਿਹੜੀਆਂ ਤੁਸੀਂ ਦੇਖਦੇ ਹੋ, ਉਹਨਾਂ ਵਿੱਚ ਵੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਫਿਰ ਲਾਹੌਰ ਵਿਖੇ ਭਾਰਤ ਪਾਕ ਖੇਡਾਂ ਹੋਈਆਂ। ਮਿਲਖਾ ਸਿੰਘ ਨੇ ਜਦੋਂ ਇੰਚਾਂ ਨਹੀਂ ਸਗੋਂ ਗਜਾਂ ਦੇ ਫਰਕ ਨਾਲ ਦੌੜ ਜਿੱਤੀ ਤਾਂ ਪਾਕਿਸਤਾਨੀ ਅਨਾਉਂਸਰ ਨੇ ਕਿਹਾ, ਮਿਲਖਾ ਸਿੰਘ ਨੇ ਇਹ ਦੌੜ ਕੇ ਨਹੀਂ ਸਗੋਂ ਉੱਡ ਕੇ ਪੂਰੀ ਕੀਤੀ ਹੈ। ਇੱਥੇ ਹੁਣ ਬੱਚਿਓ ਇਹ ਦੱਸਿਆ ਗਿਆ ਕਿ ਮਿਲਖਾ ਸਿੰਘ ਨੇ ਜਦੋਂ ਇੰਚਾਂ ਨਹੀਂ, ਇੰਚ ਹੁੰਦਾ ਹੈ ਮੈਜ਼ਰਮੈਂਟ ਜਿਹੜੀ ਇੰਚ ਵਿੱਚ ਹੁੰਦੀ ਹੈ, ਤੇ ਉਹ ਇੰਚ ਜਿਹੜਾ ਹੈ ਉਹ ਛੋਟਾ ਹੁੰਦਾ ਹੈ ਔਰ ਗੱਜ ਜਿਹੜਾ ਹੈ ਉਹ ਵੱਡਾ ਹੁੰਦਾ ਹੈ, ਠੀਕ ਹੈ। ਸੋ ਉਹਨਾਂ ਨੇ ਇੰਚ ਜਦੋਂ ਉਹ ਦੌੜਦੇ ਸਨ ਤਾਂ ਇੰਚ ਦੇ ਨਾਲ ਨਹੀਂ ਸਨ ਦੌੜਦੇ, ਮਤਲਬ ਛੋਟੇ ਸਟੈਪਸ ਨਹੀਂ ਸਨ ਲੈਂਦੇ, ਉਹ ਵੱਡੇ ਸਟੈਪਸ ਲੈਂਦੇ ਸਨ। ਗਜਾਂ ਦੇ, ਉਹਨਾਂ ਨੂੰ ਕਿਹਾ ਕਿ ਗੱਜ ਦੇ ਫਰਕ ਨਾਲ ਦੌੜ ਜਿੱਤਦੇ ਸਨ, ਵੀ ਇੰਨਾ ਵੱਡਾ ਸਟੈਪ ਲੈਂਦੇ ਸੀਗੇ, ਇੱਕ ਗੱਜ ਵਿੱਚ 3 ਫੁੱਟ ਹੁੰਦੇ ਆ। ਸੋ ਜਦੋਂ ਉਹ ਦੌੜਦੇ ਸੀਗੇ ਤੇ ਇੰਚ ਨਹੀਂ ਵੇਖਦੇ ਸੀ, ਗਜਾਂ ਦੇ ਫਰਕ ਨਾਲ ਦੌੜ ਜਿੱਤੀ। ਤਾਂ ਪਾਕਿਸਤਾਨੀ ਅਨਾਉਂਸਰ ਜਿਹੜਾ ਸੀਗਾ ਉਹਨੇ ਜਦੋਂ ਦੇਖਿਆ ਕਿ ਇਹ ਇੰਨਾ ਤੇਜ਼ ਦੌੜਦਾ ਹੈ, ਇੰਨੇ ਵੱਡੇ ਵੱਡੇ ਸਟੈਪਸ ਲੈ ਕੇ ਇਹ ਦੌੜ ਰਿਹਾ ਹੈ, ਤਾਂ ਉਹਨਾਂ ਨੇ ਕਿਹਾ ਮਿਲਖਾ ਸਿੰਘ ਨੇ ਇਹ ਦੌੜ ਕੇ ਨਹੀਂ ਸਗੋਂ ਉੱਡ ਕੇ ਪੂਰੀ ਕੀਤੀ ਹੈ। ਮਤਲਬ ਇਹ ਦੌੜ ਨਹੀਂ ਰਿਹਾ, ਇਹ ਉੱਡ ਰਿਹਾ ਹੈ, ਤਾਂ ਹੀ ਇਹਨਾਂ ਨੂੰ ਕਿਹਾ ਜਾਂਦਾ ਹੈ ਉੱਡਣਾ ਸਿੰਘ ਮਿਲਖਾ ਸਿੰਘ। ਇਸ ਲਈ ਉਸ ਨੂੰ ਫਲਾਈਂਗ ਸਿੱਖ ਕਹਿਣਾ ਚਾਹੀਦਾ ਹੈ। ਤਾਂ ਉਹਨਾਂ ਨੇ ਜਿਹੜਾ ਨਾਮ ਉਹਨਾਂ ਨੂੰ ਦਿੱਤਾ ਉਹ ਕਿਹਾ ਫਲਾਈਂਗ ਸਿੱਖ। ਫਲਾਈਂਗ ਸਿੱਖ ਦਾ ਵੀ ਅਰਥ ਜਿਹੜਾ ਹੈ ਉਹ ਉੱਡਣਾ ਸਿੱਖ ਹੀ ਹੁੰਦਾ ਹੈ। ਤਦ ਤੋਂ ਹੀ ਉਹ ਫਲਾਈਂਗ ਸਿੱਖ ਦੇ ਨਾਮ ਨਾਲ ਪ੍ਰਸਿੱਧ ਹੋ ਗਏ, ਤੇ ਤਦ ਤੋਂ ਹੀ ਮਤਲਬ ਉਦੋਂ ਤੋਂ ਹੀ ਉਹਨਾਂ ਨੂੰ ਫਲਾਈਂਗ ਸਿੱਖ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ ਪ੍ਰਸਿੱਧ ਹੋ ਗਏ, ਉਹ ਮਸ਼ਹੂਰ ਹੋ ਗਏ। ਹਾਂਜੀ, ਫਿਰ 1960 ਵਿੱਚ ਰੋਮ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਉਸਨੇ 400 ਮੀਟਰ ਦੀ ਦੌੜ ਦੌੜਨੀ ਸੀ। ਹੁਣ ਉਸ ਤੋਂ ਪਹਿਲਾਂ ਆਪਾਂ ਪੜ੍ਹਿਆ ਸੀ ਕਿ 1958 ਵਿੱਚ 1956 ਦੇ ਵਿੱਚ ਜਿਹੜੀਆਂ ਓਲੰਪਿਕ ਖੇਡਾਂ ਹੋਈਆਂ ਸੀਗੀਆਂ ਆਸਟ੍ਰੇਲੀਆ ਵਿਖੇ, ਹੁਣ ਹੋਈਆਂ ਨੇ 1960 ਵਿੱਚ ਜਾ ਕੇ ਰੋਮ ਵਿਖੇ ਵਾਲੀਆਂ ਜਿਹੜੀਆਂ ਓਲੰਪਿਕ ਖੇਡਾਂ ਸਨ, ਉਸ ਵਿੱਚ ਉਹਨਾਂ ਨੇ 400 ਮੀਟਰ ਦੀ ਦੌੜ ਦੌੜਨੀ ਸੀ। ਸਭ ਨੂੰ ਆਸ ਸੀ, ਮਤਲਬ ਸਭ ਨੂੰ ਹੋਪ ਸੀਗੀ, ਸਭ ਨੂੰ ਉਮੀਦ ਸੀ ਕਿ ਉਹ ਇਸ ਦੇ ਰਿਕਾਰਡ ਨੂੰ ਤੋੜ ਦੇਵੇਗਾ। ਦੌੜ ਸ਼ੁਰੂ ਹੋਣ ਵੇਲੇ ਉਸ ਨੂੰ ਟਰੈਕ ਦੀ 5ਵੀਂ ਲੇਨ ਮਿਲੀ। ਹੁਣ ਤੁਹਾਨੂੰ ਪਤਾ ਹੈ ਕਿ ਜਦੋਂ ਦੌੜਦੇ ਆ ਤੇ ਟਰੈਕਸ ਵਿੱਚ ਹੁੰਦਾ ਹੈ, ਸੋ ਉਹਨਾਂ ਨੂੰ ਜਿਹੜੀ ਟਰੈਕ ਮਿਲੀ ਸੀ, ਜਿਹੜੀ ਲਾਈਨ 'ਚ ਸੀਗੇ ਉਹ 5ਵੀਂ ਲੇਨ ਵਿੱਚ ਸੀਗੇ। ਮੂਰੇ ਲੱਗ ਕੇ ਦੌੜਨ ਨਾਲੋਂ ਪਿੱਛੇ ਲੱਗ ਕੇ ਦੌੜਨਾ ਸੁਖਾਲਾ ਹੁੰਦਾ ਹੈ। ਸਾਰੇ ਟਰੈਕਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪਹਿਲਾਂ ਇੱਕ ਖੜਾ ਹੁੰਦਾ ਹੈ, ਫਿਰ ਉਸ ਤੇ ਦੂਸਰੀ ਟਰੈਕ ਵਿੱਚ ਜਿਹੜਾ ਹੁੰਦਾ ਹੈ ਉਹ ਥੋੜਾ ਪਿੱਛੇ ਹੁੰਦਾ ਹੈ, ਤੀਸਰੇ ਟਰੈਕ ਵਿੱਚ ਉਸ ਤੋਂ ਪਿੱਛੇ ਹੁੰਦਾ ਹੈ। ਸੋ ਮੂਰੇ ਹੁੰਦਾ ਹੈ ਸਭ ਤੋਂ ਅੱਗੇ ਵਾਲਾ। ਤੋ ਜਿਹੜਾ ਮੂਰੇ ਲੱਗ ਕੇ ਦੌੜਨ ਨਾਲੋਂ ਜਿਹੜਾ ਪਿੱਛੇ ਲੱਗਾ ਹੁੰਦਾ ਹੈ, ਉਹਦੇ ਲਈ ਦੌੜਨਾ ਜਿਹੜਾ ਹੁੰਦਾ ਹੈ ਉਹ ਸੁਖਾਲਾ ਹੁੰਦਾ ਹੈ, ਸੌਖਾ ਹੁੰਦਾ ਹੈ, ਈਜ਼ੀ ਹੁੰਦਾ ਹੈ, ਕਿਉਂਕਿ ਮੂਰਲਾ ਦੌੜਾਕ ਦਿਸਦਾ ਰਹਿੰਦਾ ਹੈ। ਉਹ ਪਹਿਲੇ 250 ਮੀਟਰ ਬਹੁਤ ਤੇਜ਼ ਦੌੜਿਆ। ਹੁਣ ਕਿਉਂ ਮੂਰਲਾ ਦੌੜਾਕ ਜਿਹੜਾ ਹੈ ਮੂਰੇ ਲੱਗ ਕੇ ਦੌੜਨ ਨਾਲੋਂ ਪਿੱਛੇ ਲੱਗ ਕੇ ਦੌੜਨਾ ਸੁਖਾਲਾ ਹੁੰਦਾ ਹੈ? ਕਿਉਂਕਿ ਜਿਹੜਾ ਮੂਰਲਾ ਹੁੰਦਾ, ਅੱਗਾ ਹੁੰਦਾ, ਉਹ ਦੌੜਾਕ ਜਿਹੜਾ ਹੈ ਉਹ ਦਿਸਦਾ ਰਹਿੰਦਾ ਹੈ। ਉਹ ਪਹਿਲੇ 250 ਮੀਟਰ ਬਹੁਤ ਤੇਜ਼ ਦੌੜਿਆ। ਜਿਹੜੇ ਪਹਿਲੇ 250 ਮੀਟਰ ਸੀਗੇ ਉਹ ਮਿਲਖਾ ਸਿੰਘ ਬਹੁਤ ਤੇਜ਼ ਦੌੜਿਆ। ਉਹਨਾਂ ਨੇ ਕਿੰਨਾ ਦੌੜਨਾ ਸੀ? 400 ਮੀਟਰ ਦੌੜਨਾ ਸੀ। ਤੇ ਪਹਿਲੇ ਜਿਹੜੇ 250 ਮੀਟਰ ਸਨ ਉਹਨਾਂ ਨੇ ਬਹੁਤ ਤੇਜ਼ ਦੌੜਿਆ। ਅਚਾਨਕ ਉਸ ਨੂੰ ਆਪਣੇ ਬਹੁਤ ਤੇਜ਼ ਹੋਣ ਦਾ ਅਹਿਸਾਸ ਹੋਇਆ। ਉਹਨਾਂ ਨੂੰ ਲੱਗਾ ਕਿ ਮੈਂ ਬਹੁਤ ਤੇਜ਼ ਦੌੜ ਰਿਹਾ ਵਾਂ, ਤੇ ਉਸ ਦੀ ਚਾਲ ਮੱਠੀ ਪੈ ਗਈ। ਮੱਠੀ ਹੁੰਦਾ ਹੌਲੀ ਪੈ ਗਈ, ਤੇ ਉਹ ਥੋੜੇ ਜਿਹੇ ਹੌਲੇ ਹੋ ਗਏ। ਦੂਜੇ ਦੌੜਾਕ ਅੱਗੇ ਲੰਘ ਗਏ, ਜਿਹੜੇ ਦੂਸਰੇ ਸੀਗੇ ਪਿਛਲੇ ਉਹ ਅੱਗੇ ਲੰਘ ਗਏ। ਫਿਰ ਅਖੀਰ ਤੇ ਲਾਇਆ ਜ਼ੋਰ ਵੀ ਕੰਮ ਨਾ ਆਇਆ। ਫਿਰ ਬਾਅਦ ਚ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਅੱਗੇ ਜਾਵਾਂ, ਪਰ ਉਹ ਅੱਗੇ ਨਾ ਆ ਸਕੇ। ਮਿਲਖਾ ਸਿੰਘ ਇਸ ਦੌੜ ਵਿੱਚ ਚੌਥੇ ਨੰਬਰ ਤੇ ਆਏ। ਤੇ ਜਦੋਂ ਇਸ ਦੌੜ ਦੇ ਵਿੱਚ ਆ ਜਿਹੜੇ ਓਲੰਪਿਕਸ ਹੋਏ ਸੀਗੇ ਰੋਮ ਵਿੱਚ, ਉਹਨਾਂ ਵਿੱਚੋਂ ਚੌਥੇ ਨੰਬਰ ਤੇ ਆਏ। ਫਿਰ ਵੀ ਉਹ ਪਹਿਲੇ ਸੰਸਾਰ ਰਿਕਾਰਡ ਨੂੰ ਮਾਤ ਪਾ ਗਿਆ, ਪਰ ਫਿਰ ਵੀ ਉਹਨਾਂ ਨੇ ਸੰਸਾਰ ਵਿੱਚ ਆਪਣਾ ਰਿਕਾਰਡ ਜਿਹੜਾ ਹੈ ਉਹ ਕਾਇਮ ਰੱਖਿਆ।
ਰੋਮ ਦੀ ਦੌੜ ਪਿੱਛੋਂ ਉਹ ਬਹੁਤ ਉਦਾਸ ਹੋ ਗਏ ਕਿਉਂਕਿ ਉਹਨਾਂ ਨੂੰ ਆਸ ਸੀ ਔਰ ਸਭ ਨੂੰ ਉਹਨਾਂ ਤੋਂ ਉਮੀਦ ਸੀ ਕਿ ਰੋਮ ਵਿੱਚ ਉਹ ਜਿੱਤ ਕੇ ਆਉਣਗੇ, 올림픽ਸ 'ਚ ਕੋਈ ਨਾ ਕੋਈ ਮੈਡਲ ਲੈ ਕੇ ਆਉਣਗੇ, ਲੇਕਿਨ ਚੌਥੇ ਨੰਬਰ ਤੇ ਆਏ। ਸੋ ਉਹ ਬਹੁਤ ਉਦਾਸ ਹੋ ਗਏ, ਨਿਰਾਸ਼ ਹੋ ਗਏ। ਉਸਦੇ ਸੁਪਨੇ ਤਿੜਕ ਗਏ, ਤਿੜਕ ਹੁੰਦਾ ਹੈ ਟੁੱਟ ਗਏ, ਜਿਹੜੇ ਉਹਨਾਂ ਨੇ ਸੁਪਨੇ ਦੇਖੇ ਸੀਗੇ ਉਹ ਟੁੱਟ ਗਏ। ਦੌੜਦਿਆਂ ਉਸਨੇ ਬੇਹੱਦ ਸਰੀਰਕ ਕਸ਼ਟ ਝੱਲਿਆ ਸੀ ਕਿਉਂਕਿ ਉਹ ਬਹੁਤ ਜ਼ੋਰ ਲਾ ਕੇ ਦੌੜੇ ਸੀਗੇ। ਉਹਨਾਂ ਨੇ ਆਪਣੇ ਸਰੀਰ ਨੂੰ ਬਹੁਤ ਕਸ਼ਟ ਦਿੱਤਾ ਸੀ, ਬਹੁਤ ਦੁੱਖ ਜਿਹੜਾ ਹੈ ਉਹ ਬਰਦਾਸ਼ਤ ਕੀਤਾ ਸੀ, ਸਹਿਨ ਕੀਤਾ ਸੀਗਾ। ਅਨੇਕ ਵਾਰ ਉਹ ਬੇਹੋਸ਼ ਹੋ ਕੇ ਡਿੱਗਿਆ ਸੀਗਾ। ਇੰਨੀ ਉਹਨਾਂ ਨੇ ਮਿਹਨਤ ਕੀਤੀ ਸੀ ਕਿ ਜਦੋਂ ਉਹ ਅਭਿਆਸ ਕਰਦੇ ਸੀ, ਪ੍ਰੈਕਟਿਸ ਕਰਦੇ ਸੀ ਤੇ ਉਹ ਬੇਹੋਸ਼ ਵੀ ਹੁੰਦੇ ਸੀਗੇ। ਇਸ ਹਾਰ ਦੀ ਉਸਨੇ ਬਹੁਤ ਨਮੋਸ਼ੀ ਮੰਨੀ, ਬਹੁਤ ਜਿਹੜਾ ਹੈ ਨਿਰਾਸ਼ਾ ਹੋਈ। ਇਸ ਹਾਰ ਕਰਕੇ ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਗਏ। ਉਸਨੇ ਫੈਸਲਾ ਕੀਤਾ ਕਿ ਉਹ ਅੱਗੇ ਤੋਂ ਦੌੜ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਵੇਗਾ। ਸੋ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਅੱਗੋਂ ਤੋਂ ਉਹ ਕੋਈ ਵੀ ਦੌੜ ਮੁਕਾਬਲੇ ਵਿੱਚ ਹਿੱਸਾ ਨਹੀਂ ਲੈਣਗੇ। ਉਹ ਇੰਨੇ ਜ਼ਿਆਦਾ ਨਿਰਾਸ਼ ਹੋ ਗਏ ਸੀ। ਪਰ ਉਸਦੇ ਮਿੱਤਰਾਂ ਅਤੇ ਅਫਸਰਾਂ ਦੇ ਦਿਲਾਸਾ ਦੇਣ ਉੱਤੇ ਉਹ ਫਿਰ ਸੰਭਲ ਗਿਆ। ਲੇਕਿਨ ਉਹਨਾਂ ਦੇ ਜਿਹੜੇ ਦੋਸਤ ਮਿੱਤਰ ਸੀ, ਉਹਨਾਂ ਦੇ ਜਿਹੜੇ ਅਫਸਰ ਸਨ ਮਿਲਟਰੀ ਦੇ ਵਿੱਚ, ਆਰਮੀ 'ਚ, ਉਹਨਾਂ ਨੇ ਉਹਨਾਂ ਨੂੰ ਦਿਲਾਸਾ ਦਿੱਤੀ, ਉਹਨਾਂ ਨੂੰ ਹੋਪ ਦਿੱਤੀ। ਸੋ ਉਹਨਾਂ ਦੇ ਇਹਨਾਂ ਕਹਿਣ ਤੇ ਉਹ ਫਿਰ ਸੰਭਲ ਗਏ ਔਰ ਉਹ ਫਿਰ ਦੁਬਾਰਾ ਉਹਨਾਂ ਦਾ ਜਿਹੜਾ ਹੈ ਜੋਸ਼ ਪਹਿਲਾਂ ਵਾਲਾ ਵਾਪਸ ਆ ਗਿਆ। ਉਸਨੇ ਫਿਰ ਕਿੱਲਾਂ ਵਾਲੇ ਬੂਟ ਪਾ ਲਏ। ਕਿੱਲਾਂ ਵਾਲੇ ਬੂਟ ਜੋ ਦੌੜ ਦੇ ਵਿੱਚ ਪਾਏ ਜਾਂਦੇ ਨੇ, ਉਹਨਾਂ ਬੂਟਾਂ ਨੂੰ ਕਿਹਾ ਗਿਆ ਹੈ। ਤੇ ਗਰਾਊਂਡ ਨੂੰ ਜਾ ਕੇ ਮੱਥਾ ਟੇਕਿਆ। ਜਦੋਂ ਵੀ ਗਰਾਊਂਡ ਤੇ ਜਾਂਦੇ ਸੀ ਤੇ ਆਪਣਾ ਕੰਮ ਜਿਹੜੀ ਦੌੜਾਂ ਨੇ ਉਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹ ਆਪਣੇ ਗਰਾਊਂਡ ਤੇ ਮੱਥਾ ਟੇਕਦੇ ਸੀ। 1962 ਵਿੱਚ ਜਕਾਰਤਾ ਵਿੱਚ ਹੋਈਆਂ ਚੌਥੀਆਂ ਏਸ਼ੀਆਈ ਖੇਡਾਂ ਵਿੱਚ ਉਸਨੇ ਫਿਰ ਸੋਨੇ ਦੇ ਤਗਮੇ ਜਿੱਤੇ। ਹੁਣ ਦੁਬਾਰਾ ਜਿਹੜੀਆਂ ਨੇ ਏਸ਼ੀਆਈ ਗੇਮਾਂ ਹੋਈਆਂ, ਇਸ ਤੋਂ ਪਹਿਲਾਂ ਜਿਹੜੀਆਂ ਤੀਜੀਆਂ ਏਸ਼ੀਆਈ ਗੇਮਾਂ ਸੀਗੀਆਂ ਉਹ ਪਹਿਲਾਂ ਜਾਪਾਨ 'ਚ ਹੋਈਆਂ ਸੀਗੀਆਂ ਤੇ ਹੁਣ ਚੌਥੀਆਂ ਜਿਹੜੀਆਂ ਨੇ ਏਸ਼ੀਆਈ ਗੇਮਾਂ ਜਿਹੜੀਆਂ ਨੇ ਉਹ ਉਹਨਾਂ ਦੀਆਂ ਆਪਣਾ ਜਕਾਰਤਾ ਵਿੱਚ ਹੋਈਆਂ ਤੇ ਇਹਨਾਂ ਵਿੱਚ ਉਹਨਾਂ ਨੇ ਫਿਰ ਸੋਨੇ ਦੇ ਤਗਮੇ ਮਤਲਬ 골ਡ ਮੈਡਲ ਜਿੱਤਿਆ। 1964 ਵਿੱਚ ਟੋਕੀਓ ਵਿੱਚ ਹੋਈਆਂ 올림픽 ਖੇਡਾਂ ਵਿੱਚ ਉਸਨੇ ਤੀਜੀ ਵਾਰ ਭਾਗ ਲਿਆ। ਹੁਣ ਉਹਨਾਂ ਨੇ 올림픽 ਖੇਡਾਂ ਵਿੱਚ ਤੀਸਰੀ ਵਾਰ ਪਾਰਟਿਸਿਪੇਟ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੇ ਆਸਟ੍ਰੇਲੀਆ 'ਚ ਕੀਤਾ, ਦੂਸਰੀ ਵਾਰ ਉਹਨਾਂ ਨੇ ਆਪਣਾ ਇੱਥੇ ਕੀਤਾ ਸੀਗਾ ਰੋਮ ਵਿੱਚ ਕੀਤਾ ਸੀ ਤੇ ਤੀਸਰੀ ਵਾਰ ਉਹਨਾਂ ਨੇ ਆਪਣਾ ਟੋਕੀਓ ਵਿੱਚ ਕੀਤਾ। ਇਸ ਪਿੱਛੋਂ ਉਸਨੇ ਦੌੜ ਮੁਕਾਬਲਿਆਂ ਨੂੰ ਅਲਵਿਦਾ ਕਹਿ ਦਿੱਤੀ ਔਰ ਇਸ ਤੋਂ ਬਾਅਦ ਉਹਨਾਂ ਨੇ ਦੌੜ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਬੰਦ ਕਰ ਦਿੱਤਾ ਤੇ ਆਪਣੇ ਕਿੱਲਾਂ ਵਾਲੇ ਬੂਟ ਜਿਹੜੇ ਨੇ ਕਿੱਲੀ ਉੱਤੇ ਟੰਗ ਦਿੱਤੇ। ਮਤਲਬ ਕਿੱਲਾਂ ਵਾਲੇ ਬੂਟ ਜਿਹੜੇ ਨੇ ਕਿੱਲੀ ਉੱਤੇ ਟੰਗ ਦਿੱਤੇ। ਮਤਲਬ ਕਿੱਲੀ ਹੁੰਦੀ ਹੈ ਜਿੱਥੇ ਤੁਸੀਂ ਕੱਪੜੇ ਟੰਗਦੇ ਹੋ ਆਪਣੇ ਘਰਾਂ ਦੇ ਵਿੱਚ, ਹਨਾ, ਉਸਨੂੰ ਕਿੱਲੀ ਕਿਹਾ ਜਾਂਦਾ ਹੈ। ਤਾਂ ਉਹਨਾਂ ਨੇ ਆਪਣੇ ਜਿਹੜੇ ਸ਼ੂਜ਼ ਨੇ ਉਹਨਾਂ ਨੂੰ ਉਸ ਕਿੱਲੀ ਉੱਤੇ ਟੰਗ ਦਿੱਤਾ। ਕਹਿਣ ਦਾ ਮਤਲਬ ਕਿ ਉਹ ਜੁੱਤੇ ਉਹਨਾਂ ਨੇ ਫਿਰ ਦੁਬਾਰਾ ਨਹੀਂ ਪਾਏ, ਕਿ ਉਹ ਦੌੜ ਮੁਕਾਬਲਿਆਂ ਵਿੱਚ ਉਹਨਾਂ ਨੇ ਅਲਵਿਦਾ ਕਹਿ ਦਿੱਤੀ। 1971 ਵਿੱਚ ਉਸਨੇ ਫੌਜ ਦੀ ਨੌਕਰੀ ਵੀ ਛੱਡ ਦਿੱਤੀ। ਪੰਜਾਬ ਸਰਕਾਰ ਨੇ ਉਸ ਨੂੰ ਖੇਡ ਵਿਭਾਗ ਦਾ ਇੱਕ ਉੱਚ ਅਧਿਕਾਰੀ ਨਿਯੁਕਤ ਕਰ ਦਿੱਤਾ। ਹੁਣ ਪੰਜਾਬ ਸਰਕਾਰ ਨੇ, ਪੰਜਾਬ ਗਵਰਨਮੈਂਟ ਨੇ ਉਹਨਾਂ ਨੂੰ ਖੇਡ ਵਿਭਾਗ ਦਾ ਇੱਕ ਉੱਚ ਅਧਿਕਾਰੀ ਨਿਯੁਕਤ ਕਰ ਦਿੱਤਾ। ਉਹਨਾਂ ਨੂੰ ਖੇਡ ਅਧਿਕਾਰੀ ਖੇਡ ਵਿਭਾਗ ਦੇ ਵਿੱਚ ਉੱਚ ਅਧਿਕਾਰੀ ਮਤਲਬ ਅੱਛੀ ਪੋਸਟ ਤੇ ਨਿਯੁਕਤ ਕਰ ਦਿੱਤਾ। ਭਾਰਤ ਸਰਕਾਰ ਨੇ ਉਸ ਨੂੰ ਪਦਮ ਸ਼੍ਰੀ ਦਾ ਸਨਮਾਨ ਦਿੱਤਾ। ਮਿਲਖਾ ਸਿੰਘ ਦੇ ਜੀਵਨ ਤੋਂ ਖਿਡਾਰੀ ਹੁਣ ਵੀ ਪ੍ਰੇਰਨਾ ਲੈਂਦੇ ਹਨ। ਕਹਿੰਦੇ ਨੇ ਕਿ ਮਿਲਖਾ ਸਿੰਘ ਨੇ ਦੇ ਜੀਵਨ ਦੇ ਵਿੱਚ ਜੋ ਵੀ ਸੰਘਰਸ਼ ਆਏ, ਉਹਨਾਂ ਨੇ ਜਿਵੇਂ ਮਿਹਨਤ ਕੀਤੀ, ਆਪਾਂ ਹੁਣ ਪੜ੍ਹਿਆ ਸਾਰਾ, ਸੋ ਉਹਨਾਂ ਦੇ ਜੀਵਨ ਤੋਂ ਬਹੁਤ ਸਾਰੇ ਖਿਡਾਰੀ ਜਿਹੜੇ ਨੇ ਅੱਜ ਵੀ ਉਹਨਾਂ ਤੋਂ ਪ੍ਰੇਰਨਾ ਲੈਂਦੇ ਨੇ। ਠੀਕ ਹੈ ਜੀ, ਸੋ ਉਮੀਦ ਕਰਦੀ ਹਾਂ ਚੈਪਟਰ ਤੁਹਾਨੂੰ ਬਹੁਤ ਚੰਗਾ ਲੱਗਾ ਹੋਵੇਗਾ। ਮਿਲਖਾ ਸਿੰਘ ਦੇ ਜੀਵਨ ਬਾਰੇ ਪੜ੍ਹ ਕੇ ਤੁਹਾਨੂੰ ਵੀ ਬਹੁਤ ਸਾਰੀ ਪ੍ਰੇਰਨਾ ਮਿਲੀ ਹੋਏਗੀ ਕਿ ਕਿਵੇਂ ਆਪਾਂ ਜੀਵਨ ਦੇ ਵਿੱਚ ਅੱਗੇ ਨਿਕਲਣਾ ਹੈ, ਕਿਵੇਂ ਆਪਣੀ ਮੰਜ਼ਿਲ ਨੂੰ ਆਪਾਂ ਸੰਘਰਸ਼ ਕਰਕੇ ਪਾ ਸਕਦੇ ਹਾਂ। ਧੰਨਵਾਦ।